ਕਿਸੇ ਦੇ ਕੋਲ ਤੇ ਨਹੀਂ ਜਾ ਸਕਦਾ ਕਿ ਮੇਰੀ ਹੈਲਪ ਕਰੋ। ਮੇਰਾ ਜ਼ਮੀਰ ਹੀ ਗਵਾਰਾ ਨਹੀਂ ਕਰਦਾ ਕਿ ਅਗਰ 50 ਸਾਲ ਕੰਮ ਕਰਨ ਦੇ ਬਾਅਦ ਵੀ ਕਿਸੇ ਨੂੰ ਜਾ ਕੇ ਦੱਸਣਾ ਕਿ ਯਾਰ ਮੈਨੂੰ ਕੋਈ 5-10 ਲੱਖ ਰੁਪਈਆ ਦੇ ਦੇ, ਮੈਂ ਆਪਣਾ ਮਕਾਨ ਹੀ ਲੈ ਲਾਂ। ਇਸ ਏਰੀਏ ਦੇ ਵਿੱਚ, ਇਸ ਮੁਲਕ ਦੇ ਵਿੱਚ ਇਹ ਬਹੁਤ ਮੁਸ਼ਕਿਲ ਹੈ। ਤੇ ਖਿਦਮਤ ਇਨਸਾਨੀਅਤ ਦੀ ਤਰਫੋਂ ਇੱਕ ਹਕੀਰ ਜਿਹਾ 10,000 ਰੁਪਇਆ ਇਹ ਤੁਹਾਡੀ ਮੈਡੀਸਨ ਵਾਸਤੇ ਵੀ ਸਾਡੀ ਤਰਫੋਂ, ਔਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਮਜ਼ੀਦ ਜੋ ਮੁਮਕਿਨ ਚੋਂ ਮੁਮਕਿਨ ਕਰ ਸਕੇ ਇਨਸ਼ਾਅੱਲਾ। ਔਰ ਅਸੀਂ ਚਾਹਾਂਗੇ ਕਿ ਅੱਲਾਹ ਤਾਲਾ ਸਾਨੂੰ ਇਹ ਇਜਾਜ਼ ਦੇਵੇ ਕਿ ਅਸੀਂ ਤੁਹਾਡੀ ਖਿਦਮਤ ਕਰ ਸਕੀਏ। ਖਿਦਮਤ ਇਨਸਾਨੀਅਤ 21 ਸਾਲ ਜਰਨਲਿਜ਼ਮ ਕੀਤਾ ਹੈ, 11 ਸਾਲ ਰੋਜ਼ਨਾਮਾ ਮੁਸਾਵਾਤ, 71 371 प्ले जो मैं काउंट कर सका। एक हफ्ता ही होया है। एक हफ्ते तो बीमार हो? हाँ जी, बिल्कुल बीमार हाँ। तो एक हफ्ते च तुहाडे घर ਕਿਹੜਾ ਆਰਟਿਸਟ ਜਾਂ ਕਿਹੜਾ ਸ਼ੋਬਿਜ਼ ਦਾ ਬੰਦਾ ਜਿਹੜਾ ਪਤਾ ਕਰਨ ਆਇਆ ਤੁਹਾਡਾ? ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ ਬਰ ਵਕਤ ਮਿਲਦੀਆਂ ਰਹਿਣ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਨਾਜ਼ਰੀਨ, ਤੁਹਾਡੀ ਖਿਦਮਤ 'ਚ ਹਾਜ਼ਰ ਹੈ ਤੁਹਾਡਾ ਹੋਸਟ ਬਾਬਰ ਬੇਗ ਔਰ ਤੁਸੀਂ ਵੇਖ ਰਹੇ ਹੋ ਆਪਣਾ ABIG TV। ਨਾਜ਼ਰੀਨ, ਅੱਜ ਪਾਕਿਸਤਾਨ ਦੇ ਬਹੁਤ ਨਾਮਵਰ ਰਾਈਟਰ, ਡਾਇਰੈਕਟਰ, ਅਦੀਬ ਮਨੀਰ ਰਾਜ ਸਾਹਿਬ ਪਿਛਲੇ ਕੁਛ ਦਿਨਾਂ ਤੋਂ ਇਹਨਾਂ ਦੀ ਤਬੀਅਤ ਜਿਹੜੀ ਉਹ ਸ਼ਦੀਦ ਖਰਾਬ ਹੈ ਔਰ ਅੱਜ ਅਸੀਂ ਇਹਨਾਂ ਦਾ ਹਾਲ ਚਾਲ ਜਿਹੜਾ ਉਹ ਪੁੱਛਣ ਵਾਸਤੇ ਆਏ ਸਾਂ। ਔਰ ਇਹਨਾਂ ਦਾ ਸ਼ੁਕਰੀਆ ਕਿ ਸਾਡੇ ਬਹੁਤ ਇਸਰਾਰ 'ਤੇ ਇਹ ਉੱਠ ਕੇ ਬੈਠੇ ਔਰ ਇਹਨਾਂ ਨੇ ਸਾਡੇ ਨਾਲ ਗੱਲ ਕਰਨ ਦਾ ਸਾਨੂੰ ਮੌਕਾ ਦਿੱਤਾ। ਇਹ ਪਾਕਿਸਤਾਨ ਦੇ ਉਹ ਰਾਈਟਰ ਨੇ ਜਿਨ੍ਹਾਂ ਨੇ ਤਕਰੀਬਨ 371 ਡਰਾਮੇ ਲਿਖਣ ਦਾ ਐਜ਼ਾਜ਼ ਹਾਸਲ ਹੈ ਔਰ ਬੜੇ ਵੱਡੇ ਡਰਾਮੇ ਤੁਸੀਂ ਜਿਹੜੇ ਦੇਖੇ ਨੇ। ਪਾਕਿਸਤਾਨ ਦੇ ਅਗਰ ਕਿਸੇ ਵੀ ਨਾਮਵਰ ਐਕਟਰ, ਕਿਸੇ ਸੁਪਰਸਟਾਰ ਦਾ ਨਾਮ ਲਈਏ, ਅਮਾਨੁੱਲਾ ਸਾਹਿਬ, ਸੇਹਲ ਅਹਿਮਦ, ਬੱਬੂ ਬਰਾਲ, ਮਸਤਾਨਾ, ਅਨਵਰ ਅਲੀ ਤੇ ਖਾਲਿਦ ਅब्बास डार साहब और अरफान हाशमी साहब, महमूद खान साहब, परवेज़ खान साहब, हाजी अलबेला साहब, सगावत नाज, पायल चौधरी, तारक जवेद साहब, अनवर अली साहब, मुजाहिद अब्बास, सुहेल अहमद साहब। और नाजरीन, इन्हों 2 किताबां लिखण दा भी एजाज़ हासिल है और तीसरी किताब इन्हों की जिहड़ी रात का सूरज वो भी तुसी खरीद के ज़रूर पढ़ना और पढ़ सकते हो। और अज असी मनीर राज साहब नाल गल करांगे और इन्हां नाल कुछ सवाल करांगे। सो है वे कि आओ गल करने मनीर राज साहब नाल। 21 साल जर्नलिज्म किया है, 11 साल रोज़नामा मुसावात, 5 साल रोज़नामा खबरें, 2 साल पाकिस्तान डेली ਉਹ ਤੇ ਛੋਟੇ ਮੁਖਤਲਿਫ ਅਖਬਾਰ ਜਿਹੜੇ ਨਾ ਉਹਨਾਂ ਦੀ ਡੇਟਾ ਯਾਦ ਨਹੀਂ ਮੈਨੂੰ, ਲੇਕਿਨ ਕਰਦਾ ਰਿਹਾ ਜਰਨਲਿਜ਼ਮ। ਕਮ ਸੇ ਕਮ ਕੋਈ 20-21 ਸਾਲ ਜਰਨਲਿਜ਼ਮ ਕੀਤਾ ਮੈਂ ਔਰ ਉਹਦੇ ਬਾਰੇ 'ਚ ਕਿਤਾਬ ਵੀ ਮੈਂ ਲਿਖਣੀ ਹੈ। ਲੇਕਿਨ ਪਹਿਲੇ ਉਹ ਮੁਸਵਦਾ ਤਿਆਰ ਕੀਤਾ ਸੀ, ਲੇਕਿਨ ਜਰਨਲਿਜ਼ਮ ਦੇ ਬਹੁਤ ਅਗੇਂਸਟ ਸੀ ਉਹ, ਫਿਰ ਮੈਂ ਉਹ ਕੈਂਸਲ ਕਰ ਦਿੱਤਾ। ਹੁਣ ਦੁਬਾਰਾ ਫਿਰ ਲਿਖ ਰਿਹਾ, ਤਸੀਹ ਕਰ ਰਿਹਾ ਕਿ ਇਹ ਜਿਹੜੀ ਕਰਪਸ਼ਨ ਹੈ ਇਹ ਕਿੱਥੇ ਦੁਨੀਆ ਦੇ ਹਰ ਸ਼ੋਬੇ ਦੇ ਵਿੱਚ ਕਿਵੇਂ ਆਈ ਔਰ ਕਿਸ ਤਰ੍ਹਾਂ ਕੀਤੀ। ਉਹ ਮੈਂ ਹਾਲਾਂਕਿ ਬਚਾ ਕੇ ਲਿਖਦਾ ਰਿਹਾ, ਲੇਕਿਨ ਫਿਰ ਵੀ ਨਹੀਂ ਬਚ ਸਕਿਆ। ਹੁਣ ਦੁਬਾਰਾ ਲਿਖ ਰਹੇ ਹਾਂ ਕਿ ਕਿਸ ਤਰੀਕੇ ਜਿਹੜੇ ਅੱਛੇ ਔਰ ਬਿਲੀਵੇਬਲ ਜਰਨਲਿਸਟ ਹੈ ਉਹਨਾਂ ਦੀਆਂ ਮਿਸਾਲਾਂ ਦੇ ਹਵਾਲੇ ਨਾਲ ਲਿਖਾਂ। और बेशतर लोग, अफसोस की गल है कि बहुत सारे लोग ऐसे ने जिन्होंने जर्नलिज्म के माने का ही नहीं पता, इल्म ही नहीं है कि जर्नलिज्म किनू कहते हैं और ये लफ्ज़ कितों आया है, की चक्कर है और जर्नलिज्म का सफ़र जोड़ा वो किस तरह करना है। नो बडी नोज और बहुत घट लोग ने जोड़े कि जानते हैं। लेकिन चूँकि सानू मतलब है कि अच्छे उस्ताद मिल गए, अच्छे लोगों नाल काम किया। अकानी साहब मेरे उस्ताद सन, BA तक मैंने पढ़ाते रहने, वो इस्लामिया डिग्री कॉलेज कसूल। वो आके जंग च लिखते सन, जंग च काम करते सन। फिर ज़िया शाहिद साहब, उन्होंने नाल मैं बेशुमार काम किया।
ਇਸ ਤਰ੍ਹਾਂ ਮੁxtਲਿਫ ਵੱਡੇ ਵੱਡੇ ਲੋਕ ਜਿੰਨੇ ਵੀ ਸਨ ਜਰਨਲਿਜ਼ਮ ਦੇ ਹਵਾਲੇ ਨਾਲ, ਰਾਈਟਿੰਗ ਦੇ ਹਵਾਲੇ ਨਾਲ, ਵੈਸੇ ਕੱਦ ਨਾਲ ਵੱਡੇ ਨਹੀਂ, ਮਤਲਬ ਰਾਈਟਿੰਗ ਦੇ ਹਵਾਲੇ ਨਾਲ ਜਿਹੜੇ ਲੋਕ ਸਨ, ਉਹਨਾਂ ਨਾਲ ਮੌਕਾ ਮਿਲਿਆ ਮੈਨੂੰ ਕੰਮ ਕਰਨ ਦਾ ਔਰ ਲਿਖਣ ਦਾ। ਤੇ ਸ਼ੁਕਰ ਹੈ ਅੱਲਾ ਦਾ, ਬੇਸ਼ੁਮਾਰ ਲਿਖਿਆ, ਬੇਸ਼ੁਮਾਰ ਲਿਖਿਆ। ਔਰ ਮਨੀਰ ਰਾਜ ਸਾਹਿਬ, ਕਿੰਨੇ ਡਰਾਮੇ ਤੁਸੀਂ ਅਜੇ ਤੱਕ ਲਿਖ ਚੁੱਕੇ ਹੋ? ਹੁਣ ਤੱਕ ਜੀ ਇੱਕ ਦਫਾ ਕਾਊਂਟਰ ਕੀਤੇ ਸਨ, ਉਹ ਸੈਕਟਰੀਏਟ ਨੇ, ਸੈਕਟਰੀ ਇਨਫੋਰਮੇਸ਼ਨ ਨੇ ਮੰਗੇ ਸਨ ਮੇਰੇ ਕੋਲੋਂ ਕਿ ਜੀ ਉਹ ਜ਼ਰਾ ਦੇਖੋ, ਆਪਣਾ ਤੈਅ ਕਰੋ ਕਿ ਕਿੰਨੇ ਕੁ ਡਰਾਮੇ ਹੋ। ਮੈਂ ਕਿਹਾ ਜੀ ਮੈਨੂੰ ਤਾਂ ਨਹੀਂ ਯਾਦ, ਲੇਕਿਨ ਉਸ ਵੇਲੇ ਫਿਰ ਜਿੰਨੇ ਮੈਂ ਕਰ ਸਕਿਆ ਉਹ ਸੀ 371 371 प्ले जो मैं काउंट कर सका। आउटडोर में जितने किए वो बिल्कुल नहीं याद, और कराची से ले के पिंडी तक, इस्लामाबाद तक, हर शहर में मैंने खेल किए हैं। और पाकिस्तान से बाहर चूँकि मैं नहीं गया, लेकिन प्रोड्यूसर मेरे खेल लेके जाते रहे, लंदन, अमेरिका, न्यूयॉर्क, तकरीबन दुनिया में हर जगह। नामवर ड्रामे ने उन्होंने चंद एक दा नाम दसो। अपना नामवर तो बेशुमार ड्रामे ने, क्योंकि मेरा खेल शुक्र है अल्लाह दा, अल्लाह दी रज़ा ऐसी सी कि मैं जेड़ा भी खेल किया एज राइटर डायरैक्टर वो एप्रीशिएट होया और हिट होया। उहदे च मतलब है कि फीका इन अमरीका और निज़ाम सक्का, रौला दाज दा बहुत ज़्यादा पॉपुलर होया। और बेशुमार एक्टर जेड़े ने मैं वो पैदा भी किए, पैदा तो पहले ही होंदा एक्टर, लेकिन हैगा कि उन्होंने प्रमोट किया ताकि वो अगे अपनी शनाख्त बना सकन। जिन्ना लोगों ने तुसीं प्रमोट किया उन्हां च किता किता नाम आंदा जी? वो बेशुमार लोग ने जी, हुण नाम मैं की दसां। सोहेल अहमद ने मेरे ही ड्रामे किए ने, उस बाद प्रमोट होया। इस तरह अपना फरदौस जमाल है, आबद अली है, थिएटर के हवाले नाल टीवी ते ऑलरेडी वो आ ही रहे सन, लेकिन आबद अली ही वॉज माई प्रोड्यूसर। उन्हें सारे पाकिस्तान च रौला दाज दा मेरा प्रोड्यूस किया और डायरैक्ट भी किया। इस तरह जिंदगी काफ़ी यानी कि मसरूफ रही है राइटिंग के हवाले नाल, क्योंकि असी जदों आए सां लमरा आर्ट्स काउंसल, जदों इहदा नाम पाकिस्तान आर्ट्स काउंसल सी, ते इत्थे सिर्फ तर्जमा ड्रामे हुंदे सन, लोगों दे लिखे, मतलब है कि वो तर्जमे कर के ड्रामे नईम ताहिर साहब करते सन, होर प्रोड्यूसर सन सलीम चिश्ती साहब, ये वो उस दौर दे स्वाए कमाल अहमद रिजवी दे वो अपने तहरीर करदा ड्रामे करते सन। बाकी वरना जेड़े ना वो अडेप्टेशंस और तर्जमा खेल करते सन। और यह चीज़ जी ना मेरे अपना मैनू अच्छी नहीं लगी। मैं कि यार व्हाट इज़ दिस, क्या एजुकेशन नहीं गई लोगों को, पढ़े लिखे नहीं गए लोग, यार फल नहीं आंदा, ये की चक्कर है। दैन आई स्टार्टड क्या पंजाब है, इत्थे पंजाबी ड्रामा जेड़ा ना वो लिखना बहुत ज़रूरी है। दैन आई स्टार्टड माई राइटिंग। और फिर मैं पहला खेल जिस वे मेरा होया रौला दाज दा, ਉਹਦੇ डायरैक्टर सन डॉक्टर अनवर सज्जाद। सैकेंड टाइम फेयर होया तो वो अपना वो डायरैक्टर सन नहीं आबद नहीं सी, वो सी अपना जिन्होंने बींडा किया रेडियो ते यार, इरफान खोसर साहब। इरफान खोसर साहब के बाद फिर आबद अली ने ऑल ओवर द कंट्री सारे जगह किया। तो उसके बाद फिर मौका नहीं मिलया, कोई लिखता ही रहा मैं, मतलब है कि 22 ईयर्स आइदर 25 ईयर्स तो बिजी रहा मैं लिखन दे विच ही, और कोई ऐसा मौका नहीं मिला। कोशिश ये सी मेरी कि सब्जेक्ट जिहड़ा डिफरेंट होवे और नवा होवे। इस कोशिश ने मेरे को इन्ने खेल लिखवा दिते, तो उहदे च मैं अल्लाह ने मैनू कामयाबी दी। मनीर साहब, तुहाडे ड्रामिਆਂ ਤੋਂ ਦਰਜਨਾਂ ਲੋਕਾਂ ਨੇ ਸ਼ੋਹਰਤ ਪਾਈ, ਤਰੱਕੀ ਕੀਤੀ, ਸਟਾਰ ਬਣੇ, ਸੁਪਰ ਸਟਾਰ ਬਣੇ,
ਔਰ ਤੁਸੀਂ ਲਿਖਦੇ ਚਲੇ ਗਏ, ਨਵੇਂ ਤੋਂ ਨਵਾਂ ਡਰਾਮਾ ਤੁਸੀਂ ਲਿਖਿਆ ਔਰ ਸ਼ਾਇਦ ਕਿਸੇ ਹੋਰ ਨੂੰ ਵੀ ਇਜਾਜ਼ ਹਾਸਲ ਹੋਵੇ, ਲੇਕਿਨ ਮੇਰੇ ਵਾਸਤੇ ਇੱਕ ਖਾਸੀ ਤਾਦਾਦ ਦੇ 371 ਡਰਾਮਿਆਂ ਦੇ ਤੁਸੀਂ ਰਾਈਟਰ ਡਾਇਰੈਕਟਰ ਹੋ। ਤੇ ਉਹ ਜਿਹੜੀ ਤੁਹਾਨੂੰ ਬੁਲੰਦੀ ਜਾਂ ਜਿਹੜਾ ਮਕਾਮ ਮਿਲਣਾ ਚਾਹੀਦਾ ਸੀ, ਉੱਥੇ ਕਿਉਂ ਨਾ ਪਹੁੰਚ ਸਕੇ, ਜਾਂ ਉਸ ਜਗ੍ਹਾ ਤੇ ਤੁਸੀਂ ਕਿਉਂ ਨਹੀਂ? ਸਰ ਦਰਅਸਲ ਇਸ ਖਿੱਤੇ ਦਾ ਮਤਲਬ ਏਸ਼ੀਆ, ਖਾਸ ਤੌਰ 'ਤੇ ਏਸ਼ੀਆ ਔਰ ਇੰਡੀਆ ਪਾਕਿਸਤਾਨ ਖਾਸ ਤੌਰ ਦੇ ਉੱਤੇ, ਇੱਥੇ ਇਨਸਾਨ ਨੂੰ ਜ਼ਿੰਦਗੀ 'ਚ ਬਹੁਤ ਘੱਟ ਮੌਕੇ ਮਿਲਦੇ ਨੇ ਕਿ ਉਹਨਾਂ ਦੀ ਸ਼ੋਹਰਤ ਨੂੰ ਐਕਸੈਪਟ ਕੀਤਾ ਜਾਵੇ, ਉਹਨਾਂ ਦੇ ਟੈਲੈਂਟ ਨੂੰ ਐਕਸੈਪਟ ਕੀਤਾ ਜਾਵੇ। ਇਹ ਪਿਛਲੇ 30 ਸਾਲ ਤੇ ਬਿਲਕੁਲ ਨਹੀਂ ਹੋਇਆ। ਉਹ ਖੁਸ਼ਕਿਸਮਤ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ ਦੇ ਵਿੱਚ ਐਕਸੈਪਟ ਕਰ ਲਿਆ ਔਰ ਅਵਾਰਡ ਦਿੱਤੇ ਹੋਣ। ਇਹ ਤਾਂ ਮਰਨ ਤੋਂ ਬਾਅਦ ਹੀ ਲੇਕਿਨ ਅਕਸਰ ਇੱਥੇ ਇਹੀ ਹੁੰਦਾ ਕਿ ਮਰਨ ਤੋਂ ਬਾਅਦ ਪ੍ਰਾਈਡ ਆਫ ਪਰਫਾਰਮੈਂਸ ਵੀ ਦੇ ਦਿੱਤਾ, ਬੇਸ਼ੁਮਾਰ ਚੀਜ਼ਾਂ ਦੇ ਦਿੱਤੀਆਂ। ਲੇਕਿਨ ਚੂँਕਿ ਮੁਲਕ ਦੀ ਰਵਾਇਤ ਹੈ, ਇਸ ਰਵਾਇਤ ਨੂੰ ਅਸੀਂ ਕਿਸ ਤਰ੍ਹਾਂ ਤਬਦੀਲ ਕਰ ਦਈਏ? ਠੀਕ ਹੈ, ਪਤਾ ਨਹੀਂ ਇਹ ਬਿਊਰੋਕ੍ਰੇਸੀ ਜਿਹੜੀ ਹੈ, ਚੂँਕਿ ਇਹਨਾਂ ਦਾ ਇਸ ਆਰਟ ਨਾਲ ਕੋਈ ਡਾਇਰੈਕਟ ਵਾਸਤਾ ਨਹੀਂ ਹੁੰਦਾ। ਇਹਨਾਂ ਦੀ ਐਜੂਕੇਸ਼ਨ ਹੋਰ ਹੁੰਦੀ ਹੈ, ਹਾਊ ਟੂ ਟਰੀਟ ਦਾ ਆਫਿਸਰਸ, ਇਹ ਸਾਰੀ ਜ਼ਿੰਦਗੀ ਇੱਥੇ ਲੱਗੇ ਰਹਿੰਦੇ ਨੇ। ਲੇਕਿਨ ਚੰਦ ਲੋਕ ਐਸੇ ਵੀ ਸਨ, ਤੇ ਜਿਸ ਤਰ੍ਹਾਂ ਜਵੇਦ ਕੁਰੈਸ਼ੀ ਸਾਹਿਬ, ਹੀ ਵਾਜ਼ ਕਮਿਸ਼ਨਰ ਲਾਹੌਰ, ਔਰ ਉਹਨਾਂ ਨੇ ਮੇਰੇ ਖੇਲ ਦੇਖੇ, ਉਹਨਾਂ ਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ बहुत, और उन्होंने ये भी किया सी कि मैं आपको अवार्ड भी दूंगा, लेकिन वो बाद में उनको याद नहीं रहा। फिर वो आजकल तुसी कोई ड्रामा कर रहे हो? नहीं, आजकल नहीं कर रहा मैं ड्रामा, मेरी तबीयत भी नहीं ठीक। पिछले कितने दिनों तो बीमार हो तुसी? मैं पिछले कोई ऐसा 1 हफ्ता ही होया। 1 हफ्ते तो बीमार हो? हाँ जी, बिल्कुल बीमार हाँ। ਤੇ 1 ਹਫ਼ਤੇ 'ਚ ਤੁਹਾਡੇ ਘਰ ਕਿਹੜਾ ਆਰਟਿਸਟ ਜਾਂ ਕਿਹੜਾ ਸ਼ੋਬਿਜ਼ ਦਾ ਬੰਦਾ ਜਿਹੜਾ ਪਤਾ ਕਰਨ ਆਇਆ ਤੁਹਾਡਾ? ਇਹ ਤੁਸੀਂ ਹੋਏ ਦੋਵੇਂ, ਹੋਰ ਕੋਈ ਨਹੀਂ ਹੈ ਹਾਲੇ ਤੱਕ। ਇਹ ਪਤਾ ਨਹੀਂ ਕਿਸੇ ਨੂੰ, ਬਰਲ ਹੈ 2 ਬੰਦੇ ਫੀਲਡ ਦੇ, ਇੱਕ ਤੁਸੀਂ ਹੋ ਤੇ ਇੱਕ। ਤੇ ਕਿੰਨੀ ਏਜ ਹੋ ਗਈ ਹੈ ਤੁਹਾਡੀ? ਮੇਰੀ ਜੀ ਆਪਣਾ 72 72 ਸਾਲ। ਜੀ ਜੀ। ਤੇ ਆਰਟਸ ਕੌਂਸਲ ਦਾ ਤੁਹਾਡੇ ਨਾਲ ਕੀ ਕੰਟਰੀਬਿਊਸ਼ਨ ਹੈ? 72 ਸਾਲ ਤੁਹਾਡੀ ਉਮਰ ਹੋ ਗਈ ਹੈ। ਆਰਟਸ ਕੌਂਸਲ ਨੂੰ ਅਸੀਂ ਰਾਈਟਿੰਗ ਦੇ ਹਵਾਲੇ ਨਾਲ ਕੰਮ ਹੀ ਦਿੰਦੇ ਰਹੇ, ਇਹਨਾਂ ਦਾ ਕੰਟਰੀਬਿਊਸ਼ਨ ਤਾਂ ਕੋਈ ਨਹੀਂ ਗਾ। ਇਹਨਾਂ ਉਹ ਤੁਹਾਨੂੰ ਦੁਆਵਾਂ ਹੀ ਦਿੰਦੇ ਰਹੇ ਨੇ? ਦੁਆਵਾਂ ਹੀ ਦਿੰਦੇ ਨੇ, ਔਰ ਇਹ ਬਹੁਤ ਘੱਟ ਸਪੋਰਟ ਕਰਦੇ ਨੇ, ਕਿਉਂਕਿ ਇਹਨਾਂ ਦੀ ਆਪਣੀਆਂ ਹੀ ਤਨਖਾਹਾਂ, ਉਹ ਜਿਵੇਂ ਬਜਟ ਵੱਧਦਾ ਗੌਰਮੈਂਟ 6 ਕਰੋੜ ਨੂੰ 8 ਕਰੋੜ ਕਰ ਦਿੰਦੀ ਹੈ ਜਾਂ ਅਰਬ ਕਰ ਦਿੰਦੀ। ਇਹ ਆਪਣੇ ਆਪ ਆਪਣੀਆਂ ਤਨਖਾਹਾਂ ਜਿਹੜਾ ਨਾ, ਜਿਹਦੀ 2 ਲੱਖ ਹੈ ਉਹ 8 ਲੱਖ ਕਰ ਲੈਂਦਾ, ਕਰ ਲੈਂਦੇ ਨੇ। ਉਹ ਆਪਣੀਆਂ ਤਨਖਾਹਾਂ ਜਿਹੜੀਆਂ ਲਮਰਾਲ ਸਾਰੇ ਵਧਾ ਕੇ ਉਹ ਬਜਟ ਪੂਰਾ ਕਰ ਲੈਂਦੇ ਨੇ ਤਾਂ ਕਿ ਬਾਹਰ ਨਾ ਦੇਣਾ ਪਵੇ। ਹਾਲਾਂਕਿ 67, 68, 69 ਆਈ ਥਿੰਕ ਸੋ, ਡਾਕਟਰ ਅਨਵਰ ਸੱਜਾਦ ਵਾਜ਼ ਚੇਅਰਮੈਨ ਆਫ ਪਾਕਿਸਤਾਨ ਆਰਟਸ ਕੌਂਸਲ, ਦਾ ਨਾਂ ਸੀ ਅਲਮਰਾ ਦਾ। ਤੇ ਉਹਨੇ ਇੱਕ ਲਾ ਪਾਸ ਕਰਾਇਆ ਸੀ ਕਿ ਅਲਮਰਾ ਆਰਟਸ ਕੌਂਸਲ ਦੀ ਇੰਤਜ਼ਾਮੀਆ ਹੀ ਡਰਾਮੇ ਕੀਤਾ ਕਰੇਗੀ, ਔਰ ਇਹ ਪ੍ਰੋਡਿਊਸ ਕਰਿਆ ਕਰੇਗੀ, ਔਰ ਇਹ ਬਣੀ ਇਸੇ ਵਾਸਤੇ। ਲੇਕਿਨ ਉਹਨਾਂ ਦੇ ਜਾਣ ਦੇ ਬਾਅਦ ਕੋਈ ਉਹ ਮਸਲਾ ਨਹੀਂ ਹੋਇਆ, ਔਰ ਨਾ ਹੀ ਅੱਜ ਤੱਕ ਕਦੀ ਕਦਾਈ ਕੋਈ ਮਿਊਜ਼ਿਕ ਦਾ ਪ੍ਰੋਗਰਾਮ ਕਰ ਲੈਂਦੇ ਨੇ, ਉਹ ਵੀ ਬਾਹਰੋਂ ਸਪਾਂਸਰ ਹੁੰਦਾ ਤੇ ਕਰ ਲੈਂਦੇ। ਲੇਕਿਨ ਇਹਨਾਂ ਨੇ ਖੁਦ, ਇਹਨਾਂ ਦਾ ਅਲਮਰਾ ਦਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਟੂ ਪ੍ਰਮੋਟ ਦਾ ਰਾਈਟਿੰਗ, ਡਰਾਮਾ ਰਾਈਟਿੰਗ ਜਾਂ ਕੁਛ ਵੀ ਪ੍ਰਮੋਟ ਕਰਨ ਦਾ ਕੋਈ ਆਪਣਾ ਉਹ ਇਹਨਾਂ ਨੇ ਕੋਈ ਆਪਣੇ ਤੌਰ 'ਤੇ ਕੁਛ ਨਹੀਂ ਕੀਤਾ, ਸਵਾਏ ਸਿਰਫ ਤਨਖਾਹਾਂ ਲੈਂਦੇ ਨੇ ਔਰ ਘਰ ਚਲੇ ਜਾਂਦੇ ਨੇ ਰਾਤ ਨੂੰ। ਤੁਸੀਂ ਆਪਣੀ ਜ਼ਿੰਦਗੀ ਦੀਆਂ 4 ਦਹਾਈਆਂ ਤੋਂ ਜ਼ਿਆਦਾ ਵਕਤ ਜਿਹੜਾ ਹੈ ਉਹ ਡਰਾਮੇ ਨੂੰ ਦੇ ਦਿੱਤਾ। ਇਹ ਜਿਹੜੀਆਂ 4 ਦਹਾਈਆਂ ਤੋਂ ਜ਼ਿਆਦਾ ਵਕਤ ਹੈ, ਇਹਦੇ 'ਤੇ ਫਖਰ ਹੈ, ਪਛਤਾਵਾ ਹੈ, ਮਾਯੂਸੀ ਹੈ, खुशी है, की है? नहीं जी, फ़ख्र है। फ़ख्र फ़ख्र इस वास्ते है कि
ਅਸੀਂ ਤੇ ਗ੍ਰੈਜੂਏਸ਼ਨ ਕਰਕੇ ਕਸੂਰੋਂ ਆਇਆ ਸਾਂ ਇੱਥੇ ਐਮਏ ਕਰਨ ਵਾਸਤੇ। ਇੱਥੇ ਆ ਕੇ ਪੀਪਲ ਪਾਰਟੀ ਦੇ ਨਾਲ ਫਸ ਗਿਆ, ਉਹ ਗ੍ਰਿਫਤਾਰ ਹੋ ਗਿਆ, ਉਹ ਐਮਏ ਵੀ ਨਹੀਂ ਕਰ ਸਕੇ। ਤੇ ਉਹਦੇ ਬਾਅਦ ਅਮਾਨੁੱਲਾ ਇੱਕ ਬੰਦਾ ਸੀ, ਉਹ ਮੇਰੇ ਕੋਲ ਬਹਿੰਦਾ ਹੁੰਦਾ, ਉਹਨੂੰ ਕਹਿੰਦਾ ਭਾਈ ਜੀ ਡਰਾਮਾ ਨਾ ਕਰੀਏ, ਤੁਸੀਂ ਅਗਰ ਡਰਾਮਾ ਲਿਖਦੇ ਹੋ ਤਾਂ ਮੈਂ ਡਰਾਮਾ ਕਰਾਂ। ਮੈਂ ਕਿਹਾ ਯਾਰ ਡਰਾਮੇ 'ਚ ਕੀ ਪਿਆ ਹੈਗਾ। ਉਦੋਂ ਇਹ ਤੁਰਜਮਾ ਕਰਦੇ ਸਨ, ਲੇਕਿਨ ਉਹ ਫਿਰ ਉਹ ਮਗਰ ਹੀ ਪੈ ਗਿਆ, ਕਹਿੰਦਾ ਨਹੀਂ ਭਾਜਨ ਲਿਖੋ, ਤੁਸੀਂ ਲਿਖ ਸਕਦੇ ਹੋ। ਮੈਂ ਕਿਹਾ ਯਾਰ ਬਹਰਹਾਲ ਉਹਦੇ ਕਹਿਣ 'ਤੇ, ਉਹਦੇ ਮਜਬੂਰ ਕਰਨ 'ਤੇ ਆਈ ਸਟਾਰਟਡ ਮਾਈ ਰਾਈਟਿੰਗ। ਇਹ ਅਸਲ ਗੱਲ ਸੀ। ਤੇ ਅੱਛਾ, ਤੁਸੀਂ ਜਿਹੜੀ ਲਾਈਫ ਗੁਜ਼ਾਰ ਰਹੇ ਹੋ, ਕਦੀ ਜ਼ਿਹਨ ਦੇ ਵਿੱਚ ਖਿਆਲ ਨਹੀਂ ਆਇਆ ਕਿ ਮੈਂ ਜੋ ਕੀਤਾ ਉਹ ਮੇਰਾ ਹੱਕ ਮੈਨੂੰ ਨਹੀਂ ਮਿਲਿਆ, ਮੇਰੀ ਹੱਕ ਤਲਫੀ ਕੀਤੀ ਗਈ? ਨਹੀਂ ਸਰ, ਇਸ ਵਾਸਤੇ ਨਹੀਂ ਕੀਤਾ ਕਿ ਮੈਂ ਜਿਸ ਵੇਲੇ ਹਿਸਟਰੀ ਪੜ੍ਹਨਾ ਨਾ ਪਾਕਿਸਤਾਨ ਦੀ, ਇੰਡੀਆ ਦੀ, ਹੋਰ ਆਪਣਾ ਬਰਨਾਰਡ ਸ਼ਾਹ, ਸ਼ੈਕਸਪੀਅਰ ਔਰ ਬਰਤਾਨੀਆ ਦਾ ਹੋਰ ਬੜਾ ਮਤਲਬ ਅੱਛੇ ਰਾਈਟਰ ਸਨ, ਲੇਕਿਨ ਉਹਨਾਂ ਦੀ ਨਿੱਜੀ ਜ਼ਿੰਦਗੀ ਜਿਹੜੀ ਹੈ ਨਾ, ਉਹਨਾਂ ਦੇ ਵਿੱਚ ਕ੍ਰਾਈਸਿਸ ਹੀ ਪੜੇ ਨੇ। ਮੈਂ ਕੋਈ ਬੰਦਾ ਮੈਨੂੰ ਐਸਾ ਨਹੀਂ ਮਿਲਿਆ ਜਿਹਦੀ ਲਾਈਫ ਦੇ ਵਿੱਚ ਇਹ ਹੋਵੇ ਪੈਲੇਸਿਸ ਬਣਾ ਲੈਣਾ, ਮੈਂ ਫਲਾਂ ਕਰ ਲਿਆ, ਮੈਂ ਕਰੂੰ, ਕੋਈ ਐਸਾ ਮੈਨੂੰ ਐਜ਼ ਰਾਈਟਰ ਜਿਹੜਾ ਨਾ ਉਹ ਨਹੀਂ ਮਿਲਿਆ। ਸ਼ੈਕਸਪੀਅਰ ਵੀ ਮਰਨ ਤੋਂ ਬਾਅਦ ਕੋਈ 15 ਸਾਲ ਬਾਅਦ ਨੋਮੀਨੇਟ ਕੀਤਾ ਗਿਆ ਕਿ ਇਹ ਡਰਾਮੇ ਸ਼ੈਕਸਪੀਅਰ ਨੇ ਲਿਖੇ ਨੇ, ਔਰ ਇੱਕ तनकीद करने वाला बंदा लिखता है कि उसके नाम का तो नहीं पता था, लेकिन था कोई शख्स पीर। फिर लोगों ने इतराज़ किया, अखबार ने लिखा कि ये क्या है पीर। दैट वाज अ राइटर। वो भी क्वीन ऑफ इंग्लैंड एलिज़ाबेथ, उन्होंने एक ड्रामा देखा तो उन्होंने कहा शेक्सपियर का लिखा, उन्होंने रिकलेक्ट द थिंग्स। क्वीन ने कहा और फिर दोबारा रिकलेक्शन हुई शेक्सपियर की, और उसके मरने से 10 साल बाद जाके लोगों को इल्म हुआ कि शेक्सपियर भी कोई राइटर था और उसने बहुत आला और बहुत अच्छे अच्छे खेल लिखे। तो इसलिए ये मेरा ख़्याल है कि दुनिया की ऐसी ही रवायत है, हम इसको क्या कह सकते हैं। यहाँ हमारे यहाँ तो खैर आर्ट की एस्टेब्लिशमेंट ही नहीं हो सकी, क्योंकि यहाँ पर अल्लाह माफ़ करे मज़हब को भी मिस यूज़ करते हुए मौलवी इसके ही अगेंस्ट हो गया, आर्ट के ही अगेंस्ट हो गया कि आर्ट जो है वो नहीं ठीक। तो इसलिए यहाँ पर ये भी बड़ा बहुत प्रॉब्लम बना कि ये उस तरह प्रमोट नहीं हो सका आर्ट जिस तरह के इसको होना चाहिए, क्योंकि उसके लिए लोगों की ज़रूरत थी जो इसको प्रमोट करते हैं। इदारे प्रमोट करते हैं, लेकिन जब इदारे ही कुछ ना करें, इदारों में ही अनपढ़ लोग और जाहिल लोग आ जाएं, तो उनको आप क्या कह सकते हैं, कुछ भी नहीं कहा। ਜਜ਼ਾਕੱਲਾ। ਇਹ ਤੇ ਗੱਲਾਂ ਨੇ ਮਨੀਰ ਰਾਜ ਦੀਆਂ, ਲੇਕਿਨ ਮਨੀਰ ਰਾਜ ਸਾਹਿਬ ਦੇ ਅੰਦਰ ਜੱਜ ਵੀ ਬੈਠਾ ਹੁੰਦਾ ਹੈ, ਉਹ ਵੀ ਕਿਸੇ ਟਾਈਮ ਇਨਸਾਨ ਦਾ ਅੰਦਰ ਜਿਹੜਾ ਉਹ ਮਲਾਮਤ ਕਰਦਾ ਹੈ, ਪੁੱਛਦਾ ਹੈ, ਇੰਨਾ ਕੰਮ ਕਰਨ ਤੋਂ ਬਾਅਦ, ਇੰਨਾ ਨਾ ਕਮਾਉਣ ਤੋਂ ਬਾਅਦ ਠੀਕ ਹੈ ਲਾਈਫ ਮਤਲਬ ਇਨਸਾਨ ਦੀ ਗੁਜ਼ਰਦੀ ਹੈ, ਲੇਕਿਨ ਮੇਰੇ ਖਿਆਲ ਦੇ ਮੁਤਾਬਕ ਤੁਹਾਡੀ ਲਾਈਫ ਇਸ ਤਰ੍ਹਾਂ ਨਹੀਂ ਸੀ ਗੁਜ਼ਰਨੀ ਚਾਹੀਦੀ, ਜਾਂ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਤੁਹਾਡੀ ਜਿਹੜੀ ਯਕੀਨਨ ਕਦਰ ਕਰਨੀ ਚਾਹੀਦੀ ਸੀ। और नहीं, ये फ़लसफ़ा ही नहीं है। तख्लीक कार जो है ना, जिसने तख्लीक करना है और तख्लीक करना आता है उसको एक अपना ज़ाती शौक़ होता है कि मुझे ये करना है। वो ख़ास स्पोर्ट को करे या ना करे, वो करता रहता है। फकीरी च भी करेगा। हाँ बिल्कुल करेगा। इस वास्ते कि अगर ਇਹ ਤੁਹਾਡੇ ਵਾਲੀ ਐਲੀਗੇਸ਼ਨ ਅਸਰ ਅਪਲਾਈ ਕਰ ਲਈ ਦੁਨੀਆ ਦੇ ਵਿੱਚ ਕੋਈ ਰਾਈਟਰ ਹੀ ਨਾ ਹੁੰਦਾ, ਕਿਉਂਕਿ ਰਾਈਟਰ ਬੇਸ਼ਤਰ 90% ਲੋਕ ਜਿਨ੍ਹਾਂ ਨੂੰ ਮੈਂ ਪੜ੍ਹਿਆ ਹੈ, ਯੂਰਪੀਅਨ, ਏਸ਼ੀਅਨ ਔਰ ਬਾਹਰ ਦੇ ਜਿੰਨੇ ਵੀ ਲੋਕ ਸਨ, ਇੰਗਲੈਂਡ ਦੇ ਨਾਲ ਲੋਕੀ, ਆਇਰਲੈਂਡ, ਜ਼ਿਆਦਾਤਰ ਆਇਰਲੈਂਡ ਦੇ ਲੋਕ ਸਨ ਜਿਹੜੇ ਕਿ ਅੱਛੇ ਰਾਈਟਰ ਸਨ। ਤੇ ਉਹਨਾਂ ਦੇ ਹਵਾਲੇ ਨਾਲ ਇਹੋ ਹੀ ਗਿਲਾ ਹੈ ਸੀ
ਲੇਕਿਨ ਉਹਨਾਂ ਕੋਈ ਗਿਲਾ ਨਹੀਂ ਕੀਤਾ। ਲੇਕਿਨ ਉਹਨਾਂ ਦੀ ਜ਼ਿੰਦਗੀ ਮੈਂ ਦੇਖੀ ਹੈ ਕਿ ਚੰਦ ਨੂੰ ਛੱਡ ਕੇ ਬਾਕੀ ਇਸ ਤਰ੍ਹਾਂ ਹੀ ਕਰਦੇ ਰਹਿੰਦੇ, ਗੁਜ਼ਾਰਾ ਹੀ ਮਤਲਬ ਕਰਦੇ ਰਹਿੰਦੇ। ਅਤੇ ਚੂੰਕਿ ਮਤਲਬ ਅਸੀਂ ਹਕੂਮਤ ਕੋਲੋਂ ਮੰਗੀਏ, ਕੀ ਕਹਿ ਕੇ ਮੰਗੀਏ ਕਿ ਯਾਰ ਮੈਂ ਡਰਾਮਾ ਲਿਆ, ਮੈਨੂੰ ਪੈਸੇ ਦੇ ਦਿਓ। ਵਾਈ ਇਹ ਹਕੂਮਤਾਂ ਦੀ ਆਪਣੀ ਡਿਊਟੀ ਹੈਗੀ, ਮੇਰੀ ਡਿਊਟੀ ਨਹੀਂ ਹੈਗੀ ਕਿ ਮੈਂ ਉਹਨਾਂ ਨੂੰ ਟਰੇਸ ਆਊਟ ਕਰਾਂ, ਜਾ ਕੇ ਸੈਕਟਰੀ ਦੇ ਕੋਲ ਜਾਵਾਂ, ਉੱਥੋਂ ਦਰਖਾਸਤਾਂ ਦੇਵਾਂ, 3 ਮਹੀਨੇ ਬਾਹਰ ਬੈਠਾ ਰਹਾਂ, ਫਿਰ ਜਾ ਕੇ ਕੋ 2 ਸਾਲਾਂ ਬਾਅਦ 1 ਲੱਖ ਰੁਪਇਆ ਮਿਲੇ, ਕੀ ਫਾਇਦਾ ਉਹਦਾ। ਅਤੇ ਇਸ ਵਾਸਤੇ ਮੈਂ ਇੱਧਰ ਕਦੀ ਸੋਚਿਆ ਨਹੀਂ। ਉਹ ਗੌਰਮੈਂਟ ਨੇ ਇੱਕ ਦੌਰ ਸੀ, ਨਵਾਜ਼ ਸ਼ਰੀਫ ਨੇ ਲਾਇਆ ਸੀ ਪੈਸਾ, ਉਹ ਸਾਨੂੰ ਦਿੰਦਾ ਸੀ 25,000 ਰੁਪਏ ਮਹੀਨਾ, ਸੈਕਟਰੀਏਟ ਦਿੰਦਾ ਸੀ ਸਾਨੂੰ। ਅਤੇ ਉਦੋਂ ਬਾਅਦ ਉਹ ਗੌਰਮੈਂਟ ਤੋਂ ਉਤਰਿਆ, ਉਹ ਵੀ ਬੰਦ ਕਰ ਦਿੱਤਾ ਇਹਨਾਂ ਨੇ। ਹੁਣ ਉਹ ਗੌਰਮੈਂਟ ਜਿਹੜੀ ਨੂੰ 5,000 ਰੁਪਏ ਮਹੀਨਾ ਜਿਹੜਾ ਹੈ ਉਹ ਵੀ ਸਾਲ ਬਾਅਦ ਮਿਲਦਾ ਕਿ 6 ਮਹੀਨਿਆਂ ਬਾਅਦ। ਉਹ 25 ਨੂੰ 5 ਕਰਕੇ ਨਾ ਉਹ ਤਾਂ ਹੁਣ ਖ਼ਤਮ ਹੋ ਜਾਏਗਾ ਮੇਰਾ ਖਿਆਲ। ਉਹ ਜਿਸ ਤਰ੍ਹਾਂ ਕਿ ਮਜ਼ਾਕ ਕਰੀਂਦਾ ਨਾ, ਮਜ਼ਾਕ ਹੈਗਾ ਇੱਕ ਲਿਖਣ ਵਾਲਿਆਂ ਨਾਲ, ਐਕਟਰਸ ਨਾਲ, ਤਖਲੀਕ ਕਰਨ ਵਾਲਿਆਂ ਨਾਲ, ਡਾਇਰੈਕਟਰਸ ਨਾਲ। ਅਤੇ ਚੂੰਕਿ ਹੁਣ ਗਿਲਾ ਕਿਹਦਾ ਬਣਦਾ ਉਹਨਾਂ ਨੂੰ ਪਤਾ ਹੀ ਨਹੀਂ। ਲੇਕਿਨ ਜਿੰਨੇ ਤੁਹਾਡੇ ਹਾਲਾਤ ਟਾਈਟ ਨੇ, ਜਿੰਨਾ ਤੁਹਾਡਾ ਟਾਈਟ ਵਕਤ, ਇਹਨੂੰ ਕਿਸ ਤਰ੍ਹਾਂ ਫੇਸ ਕਰਦੇ ਹੋ? ਕਿਸ ਤਰ੍ਹਾਂ ਜ਼ਿੰਦਗੀ ਨੂੰ ਮੈਨੇਜ ਕਰ ਰਹੇ ਹੋ? ਕਿਸ ਤਰ੍ਹਾਂ ਚਲਾ ਰਹੇ ਹੋ? ਹੁਣ ਤੁਸੀਂ ਬਿਮਾਰ ਹੋ, ਤੁਹਾਨੂੰ ਮੈਡੀਸਨ ਦੀ ਜ਼ਰੂਰਤ ਹੋਏਗੀ, ਹਸਪਤਾਲਾਂ 'ਚ ਪੈਸੇ ਲੱਗਦੇ ਨੇ, ਕਿਸ ਤਰ੍ਹਾਂ ਨੂੰ ਫੇਸ ਕਰਦੇ ਹੋ? ਨਹੀਂ, ਉਹ ਸ਼ੁਕਰ ਹੈ ਅੱਲਾ ਦਾ ਕਿ ਬੇਟਾ ਮੇਰਾ ਜੌਬ ਕਰ ਰਿਹਾ ਅਤੇ ਉਹ ਹੀ ਅਫੋਰਡ ਕਰਦਾ ਸਾਰਾ ਕੁਛ। ਅਤੇ ਬਹਰਹਾਲ ਮੈਂ ਕਿਸੇ ਦੇ ਕੋਲ ਤਾਂ ਨਹੀਂ ਜਾ ਸਕਦਾ ਕਿ ਮੇਰੀ ਹੈਲਪ ਕਰੋ, ਮੇਰਾ ਜ਼ਮੀਰ ਹੀ ਗਵਾਰਾ ਨਹੀਂ ਕਰਦਾ ਕਿ ਅਗਰ 50 ਸਾਲ ਕੰਮ ਕਰਨ ਦੇ ਬਾਅਦ ਵੀ ਕਿਸੇ ਨੂੰ ਜਾ ਕੇ ਦੱਸਣਾ ਕਿ ਯਾਰ ਮੈਨੂੰ ਕੋਈ 5-10 ਲੱਖ ਰੁਪਈਆ ਦੇ ਦੇ, ਮੈਂ ਆਪਣਾ ਮਕਾਨ ਹੀ ਲੈ ਲਾਂ। ਇਸ ਏਰੀਏ ਦੇ ਵਿੱਚ, ਇਸ ਮੁਲਕ ਦੇ ਵਿੱਚ ਇਹ ਬਹੁਤ ਮੁਸ਼ਕਿਲ ਹੈ ਕਿ ਰਾਈਟਰ, ਡਾਇਰੈਕਟਰ, ਐਕਟਰ ਆਪਣੇ ਆਪ ਨੂੰ ਆਪਣਾ ਇਹਨਾਂ ਫੋਰਸਿਸ ਦੇ ਅਗੇਂਸਟ ਲਿਵ ਕਰਨਾ ਸਿੱਖ ਜਾਏ। ਨਹੀਂ, ਮੁਸ਼ਕਿਲ ਹੈਗਾ, ਕਿਉਂਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਹਨਾਂ ਦੇ ਸੁਸਾਇਟੀ ਦੇ ਹਾਲਾਤ ਹੀ ਇਸ ਕਿਸਮ ਦੇ ਨੇ ਕਿ ਹਕੂਮਤਾਂ ਜਿਹੜੀਆਂ ਉਹ ਆਉਂਦੀਆਂ ਨੇ ਜਿਨ੍ਹਾਂ ਦਾ ਤਲਕ ਹੀ ਨਹੀਂ ਹੁੰਦਾ। ਬੇਸ of the society, earth of the society, problems ਉਹ ਜਾਣਦਾ ਹੁੰਦਾ ਜਿਹੜਾ ਪਿਓਰਲੀ ਪਬਲਿਕ 'ਚੋਂ ਆਵੇ ਔਰ ਪਬਲਿਕ ਦੇ ਵਿੱਚੋਂ ਬਣੇ, ਅਤੇ ਉਹ ਲੋਕਾਂ ਦੇ ਪ੍ਰੋਬਲਮ ਨੂੰ ਜਾਣਦਾ ਹੁੰਦਾ। ਇੱਥੇ ਉਹ ਸਿਸਟਮ ਹੀ ਨਹੀਂ ਹੈਗਾ। ਹਕੂਮਤਾਂ ਗਲਤ ਬਣਦੀਆਂ ਨੇ, ਅਪਰੋਚਾਂ ਹੁੰਦੀਆਂ ਨੇ, ਕੋਈ ਅਮਰੀਕਾ ਤੋਂ ਹੁਕਮਰਾਨ ਆ ਜਾਂਦਾ, ਕੋਈ ਇੱਥੋਂ ਆ ਜਾਂਦਾ, ਕੋਈ ਕਿਤੋਂ ਆ ਜਾਂਦਾ। ਉਹਨਾਂ ਨੂੰ ਪਬਲਿਕ ਨਾਲ ਤਾਂ ਕੋਈ ਲਿੰਕ ਨਹੀਂ ਹੁੰਦਾ। ਉਹ ਕਹਿੰਦੇ ਨੇ ਅਸੀਂ ਪਬਲਿਕ ਦਾ ਕੀ ਕਰੀਏ, ਕਿਉਂਕਿ ਸਾਡਾ ਸਿਸਟਮ ਖਰਾਬ ਹੈ। ਇਸ ਵਾਸਤੇ ਮੈਂ ਕਿਸੇ 'ਤੇ ਗਿਲਾ ਨਹੀਂ ਕਰਦਾ ਕਿ ਠੀਕ ਹੈ। ਨਾਜ਼ਰੀਨ, ਸਾਡੇ ਨਾਲ ਮਨੀਰ ਰਾਜ ਸਾਹਿਬ ਸਨ। ਪਹਿਲੇ ਤਾਂ ਅਸੀਂ ਉਹਨਾਂ ਦੇ ਮਸ਼ਕੂਰ ਅਤੇ ਮਮਨੂਨ ਹਾਂ ਕਿ ਉਹਨਾਂ ਦੀ ਤਬੀਅਤ ਜਿਹੜੀ ਉਹ ਸਖਤ ਖਰਾਬ ਹੈ, ਔਰ ਉਹਦੇ ਬਾਵਜੂਦ ਉਹਨਾਂ ਨੇ ਆਪਣੇ ਅੰਦਰ ਗੱਲ ਕਰਨ ਦਾ ਹੌਸਲਾ ਪੈਦਾ ਕੀਤਾ। ਲੇਕਿਨ ਉਹਨਾਂ ਦੀ ਖੁਦਦਾਰੀ ਦਾ ਇਹ ਆਲਮ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਮੇਰਾ ਕੈਮਰਾ ਦਿਖਾ ਰਿਹਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਗੁਜ਼ਰ ਰਹੀ ਹੈ, ਲੇਕਿਨ ਉਹਨਾਂ ਦੀ ਖੁਦਦਾਰੀ ਦਾ ਇਹ ਆਲਮ ਹੈ ਕਿ ਉਹਨਾਂ ਨੂੰ ਕਿਸੇ ਨਾਲ ਕੋਈ ਸ਼ਿਕਵਾ ਨਹੀਂ, ਕੋਈ ਗਿਲਾ ਨਹੀਂ। ਲੇਕਿਨ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਲਿਖਣ ਵਾਲੇ ਲੋਕ ਨੇ, ਜਿਹੜੇ ਲੇਕਿਨ ਸੋਚਣ ਵਾਲੀ ਗੱਲ ਹੈ ਵੀ ਕਿ ਸਾਡੇ ਮੁਲਕ ਦੇ ਜਿਹੜੇ ਅਦੀਬ ਨੇ, ਜਿਨ੍ਹਾਂ ਦੀਆਂ ਕਿਤਾਬਾਂ ਹੱਥ 'ਚ ਫੜ ਕੇ ਅਸੀਂ ਬਹੁਤ ਕੁਝ ਪੜ੍ਹਨੇ ਆ, ਜਿਨ੍ਹਾਂ 'ਤੇ ਅਸੀਂ ਫਖਰ ਕਰਨੇ ਆ, ਕਿ ਮਨੀਰ ਰਾਜ ਸਾਹਿਬ ਨੂੰ ਵੀ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਹੀ ਅਵਾਰਡ ਦਿੱਤਾ ਜਾਏਗਾ, ਜਾਂ ਦੁਨੀਆ 'ਤੇ ਜਾਣ ਤੋਂ ਬਾਅਦ ਇਹ ਗੱਲ ਕੀਤੀ ਜਾਏਗੀ ਕਿ ਮਨੀਰ ਰਾਜ ਸਾਹਿਬ ਨੇ ਬਹੁਤ ਡਰਾਮੇ ਲਿਖੇ, ਉਹਨਾਂ ਦਾ ਨਾਮ ਕਿਸੇ ਗਿਨਸ ਬੁੱਕ 'ਚ ਆਏਗਾ। ਲੇਕਿਨ ਅਸੀਂ ਰੋਜ਼ਾਨਾ ਉਹ ਦੀਵੇ ਵੀ ਬਾਲਦੇ ਰਹਾਂਗੇ, ਰੋਜ਼ਾਨਾ ਅਸੀਂ ਯਾਦ ਵੀ ਕਰਦੇ ਰਹਾਂਗੇ, ਇਹਨਾਂ ਦੀਆਂ ਯਾਦਾਂ 'ਚ ਪ੍ਰੋਗਰਾਮ ਵੀ ਹੁੰਦੇ ਰਹਿਣਗੇ।
ਲੇਕਿਨ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਹਦਾ ਮਨੀਰ ਰਾਜ ਨੂੰ ਕੀ ਫਾਇਦਾ ਹੋਏਗਾ, ਜਾਂ ਐਸੇ ਜਿਹੜੇ ਲੋਕ ਦੁਨੀਆ ਤੋਂ ਚਲੇ ਗਏ ਨੇ ਉਹਨਾਂ ਨੂੰ ਕੀ ਪਤਾ ਕਿ ਅਸੀਂ ਉਹਨਾਂ ਦੀ ਯਾਦ 'ਚ ਕੀ ਕਰ ਰਹੇ ਹਾਂ। ਖੁਦਾਰਾ ਮੇਰੀ ਸਿਰਫ ਇੰਨੀ ਇਲਤਜਾ ਹੈ ਕਿ ਯਾਰ ਜ਼ਿੰਦਗੀ 'ਚ ਇੱਕ ਦੂਸਰੇ ਨੂੰ ਮਿਲੋ ਤੇ ਸਹੀ, ਕੁਛ ਨਾ ਕਰੋ ਕਿਸੇ ਵਾਸਤੇ, ਕਿਸੇ ਨੂੰ ਕੁਛ ਨਾ ਦਿਓ, ਲੇਕਿਨ ਕਿਸੇ ਨੂੰ ਤਨਹਾ ਹੋਣ ਤੋਂ, ਮਰਨ ਤੋਂ ਤੇ ਰੋਕ ਸਕਦੇ ਹੋ। ਤਨਹਾ ਤੇ ਨਾ ਕਰੋ ਕਿਸੇ ਨੂੰ ਯਾਰ, ਕੁਛ ਨਾ ਕਰੋ ਕਿਸੇ ਵਾਸਤੇ, ਲੇਕਿਨ ਯਾਰ ਮਿਲੋ ਜ਼ਰੂਰ, ਕਿਸੇ ਦੀ ਕਾਲ ਜ਼ਰੂਰ ਅਟੈਂਡ ਕਰੋ, ਉਹਦੀ ਕਾਲ ਜ਼ਰੂਰ ਸੁਣੋ, ਉਹ ਇੱਕ ਦੂਸਰੇ ਦਾ ਹਾਲ ਤੇ ਪੁੱਛੋ। ਔਰ ਹਾਲ ਪੁੱਛਣ ਦੇ ਪਿੱਛੇ ਅੱਲਾਹ ਰੱਬੁਲ ਇੱਜ਼ਤ ਨੇ ਕਿੰਨਾ ਅਜਰ ਔਰ ਕਿੰਨਾ ਸਵਾਬ ਰੱਖ ਦਿੱਤਾ। ਕਿਸੇ ਬਿਮਾਰ ਦਾ ਹਾਲ ਪੁੱਛਣਾ, ਤੇ ਮੈਂ ਖਾਸ ਤੌਰ ਤੇ ਕਿਸੇ ਦਾ ਨਾਮ ਨਹੀਂ ਲੈਂਦਾ, ਲੇਕਿਨ ਲਾਹੌਰ 'ਚ ਮੇਰੇ ਜਿਹੜੇ ਦੋਸਤ, ਮੇਰੇ ਕੁਲੀਗ, ਮੇਰੇ ਅਸੀਜ਼, ਮੇਰੇ ਭਾਈ ਬੈਠੇ ਨੇ। ਅਗਰ ਮੈਂ ਗੁਜਰਾਤ ਤੋਂ ਸੁਣ ਕੇ ਤੇ ਮੈਂ ਪਹੁੰਚ ਗਿਆ ਵਾਂ, ਤੇ ਲਾਹੌਰ ਤੋਂ ਪਹੁੰਚਣਾ ਤੇ ਬੜਾ ਆਸਾਨ ਹੈ, ਲੇਕਿਨ ਚਾਹੀਦਾ ਹੈ ਕਿ ਸਾਡੇ ਕੋਲ ਅੱਲਾਹ ਤਾਲਾ ਨੇ ਜਿਹੜੇ ਐਸੇ ਸਾਨੂੰ ਚਾਨਣ ਦਿੱਤੇ ਨੇ, ਜਿਹੜੇ ਐਸੇ ਸਾਨੂੰ ਹੀਰੇ ਦਿੱਤੇ ਨੇ, ਬਜਾਏ ਅਸੀਂ ਉਹਨਾਂ ਨੂੰ ਗੋਦੜੀਆਂ 'ਚ ਜਾਂ ਹਨੇਰੇ 'ਚ ਕਿਧਰੇ ਰੱਖ ਦਈਏ, ਅਸੀਂ ਉਹਨਾਂ ਨੂੰ ਸਾਹਮਣੇ ਲਿਆਈਏ, ਉਹਨਾਂ ਤੋਂ ਫਾਇਦਾ ਲਈਏ, ਉਹਨਾਂ ਤੋਂ ਕੁਝ ਸਿੱਖ ਲਈਏ ਔਰ ਉਹਨਾਂ ਦੀ ਕਦਰ ਕਰੀਏ। ਲੇਕਿਨ ਅਗਰ ਅਸੀਂ ਇਹਨਾਂ ਲੋਕਾਂ ਦੀ ਕਦਰ ਕਰਨੀ ਨਾ ਸਿੱਖੀ, ਇਹਨਾਂ ਦੀ ਕਦਰ ਨਾ ਕੀਤੀ, ਤੇ ਫਿਰ ਯਾਦ ਰੱਖਾਂ ਕੱਲ੍ਹ ਨੂੰ ਅਸੀਂ ਵੀ ਉਮੀਦ ਨਾ ਰੱਖੀਏ ਕਿ ਸਾਡੀ ਕੋਈ ਕਦਰ ਕਰੇਗਾ। ਅੱਛਾ ਮਨੀਰ ਰਾਜ ਸਾਹਿਬ, ਕੋਈ ਸਾਨੂੰ ਖੂਬਸੂਰਤ ਵਾਕਿਆ ਕੋਈ ਆਪਣੀ ਲਾਈਫ ਦਾ ਸੁਣਾਓ, ਐਸਾ ਸਾਡੇ ਨਾਲ ਸ਼ੇਅਰ ਕਰੋ। ਬੜੇ ਆਰਟਿਸਟਾਂ ਨੂੰ ਤੁਸੀਂ ਕੰਮ ਕਰਾਇਆ ਹੈ। ਹਾਂਜੀ, ਉਹ ਇਹ 60 ਦੀ ਦਹਾਈ ਤੋਂ ਲੈ ਕੇ ਨਾ 80 ਤੱਕ ਅਕਸਰ ਜਿਹੜੇ ਨਾ ਲੋਕ ਨਹੀਂ ਚਾਹੁੰਦੇ ਸਨ ਕਿ ਇਹਨਾਂ ਦੀਆਂ ਔਲਾਦਾਂ ਐਕਟਰ ਬਣਨ। ਉਹ ਫਿਰ ਕੋਈ ਬਦਕਿਸਮਤੀ ਨਾਲ ਆ ਜਾਂਦਾ ਸੀ ਤੇ ਪਿੱਛੇ ਮਾਂ-ਬਾਪ ਆ ਜਾਂਦੇ ਨੇ, ਕੋਈ ਭਰਾ ਆ ਜਾਂਦਾ ਸੀ, ਕੋਈ ਮਾਮਾ ਆ ਜਾਂਦਾ ਸੀ, ਕੋਈ ਚਾਚਾ ਆ ਜਾਂਦਾ ਸੀ ਕਿ ਉਹ ਤੁਸੀਂ ਸਾਡੇ ਪੁੱਤਰ ਨੂੰ ਕੀ ਕਰਨ ਡਏ ਹੋ, ਕੰਜਰ ਬਣਾਉਣ ਡਏ ਹੋ। ਇਹੋ ਜਿਹਾ ਵਾਕਿਆ ਮੇਰੇ ਨਾਲ ਵੀ ਹੋਇਆ ਕਿ ਸੁਹੇਲ ਅਹਿਮਦ ਮੇਰਾ ਡਰਾਮਾ ਕਰ ਰਿਹਾ ਸੀ, ਤੇ ਉਹਦਾ ਵੱਡਾ ਭਰਾ ਤੇ ਇੱਕ ਸਾਡਾ ਜਰਨਲਿਸਟ ਦੋਸਤ ਹੈਗਾ ਤਾਹਿਰ ਸਰਵਰ ਮੀਰ, ਉਹ ਨਾਲ ਸੀ, ਇੱਕ ਹੋਰ ਬੰਦਾ, ਤੇ ਉਹ ਆ ਗਿਆ ਕਿ ਜੀ ਇਹ ਕੀ ਕਰਨ ਡਿਆ, ਤੇ ਨਹੀਂ ਇਹਨੂੰ ਭੇਜ ਦਿਓ ਸਾਡੇ ਨਾਲ। ਮੈਂ ਕਿਹਾ ਯਾਰ ਗੱਲ ਸੁਣੋ, 1 ਸਾਲ ਦੇ ਦਿਓ, 1 ਸਾਲ 'ਚ ਐਕਟਰ ਨਾ ਬਣ ਸਕਿਆ ਇਹ ਵਾਪਸ ਘਰ ਆ ਜਾਏਗਾ, ਜੇ ਐਕਟਰ ਬਣ ਗਿਆ ਫਿਰ ਵੀ ਇਹ ਆ ਜਾਏਗਾ ਤੁਹਾਡੇ ਘਰ। ਤੇ 1 ਸਾਲ ਜਿਹੜਾ ਨਾ ਉਹ ਵੇਟ ਕਰ ਲਓ। ਉਹ ਐਸਾ ਅੱਲਾ ਦਾ ਕਰਮ ਹੋਇਆ ਕਿ ਸਾਲ ਬਾਅਦ ਉਹ ਪੜ੍ਹਿਆ ਹੀ ਨਹੀਂ ਗਿਆ। ਫਿਰ ਟੈਲੀਵਿਜ਼ਨ, ਫਿਲਮ, ਥੀਏਟਰ, ਇਹ ਉਹ ਹਰ ਜਗ੍ਹਾ ਦੇ ਉੱਤੇ ਉਹ ਬਹੁਤ ਅੱਛੇ ਤਰੀਕੇ ਨਾਲ ਮਤਲਬ ਇੱਕ ਕੰਮ ਕਰਦਾ ਗਿਆ, ਪ੍ਰਮੋਟ ਹੁੰਦਾ ਗਿਆ, ਔਰ ਅੱਜ ਉਹ ਇੱਕ ਚੈਨਲ ਦਾ ਤਕਰੀਬਨ ਬਹੁਤ ਅੱਛਾ ਕੰਪੇਅਰ ਹੈ, ਬੜੀਆਂ ਅੱਛੀਆਂ ਗੱਲਾਂ ਕਰਦਾ। ਤੇ ਇਸ ਵਾਸਤੇ ਇਹ ਅੱਲਾਹ ਤਾਲਾ ਨੂੰ ਪਤਾ ਹੁੰਦਾ ਹੈ ਕਿ ਬੰਦੇ ਨੂੰ ਮੈਂ ਕੀ ਬਣਾਉਣਾ ਹੈ, ਕਿਸ ਸ਼ਕਲ 'ਚ ਲੈ ਕੇ ਆਉਣਾ। ਬੰਦਾ ਆਪ ਤਾਂ ਨਹੀਂ ਜਾਣਦਾ ਹੁੰਦਾ, ਨਾ ਕੋਈ ਦੂਸਰਾ ਜਾਣਦਾ ਹੁੰਦਾ ਕਿ ਕੀ, ਕਿਉਂਕਿ ਪਹਿਲੇ ਰਵਾਇਤ ਇਹੋ ਸੀ ਕਿ ਕੋਈ ਵੀ ਫੈਮਿਲੀ ਨਹੀਂ ਚਾਹੁੰਦੀ ਸੀ ਕਿ ਸਾਡਾ ਬੇਟਾ ਬੇਟੀ ਐਕਟਰ ਬਣੇ। ਲੇਕਿਨ 80 ਦੀ ਦਹਾਈ ਤੋਂ ਬਾਅਦ ਜਿਸ ਵੇਲੇ ਉਹਨਾਂ ਦੇਖਿਆ ਕਿ ਨਹੀਂ ਯਾਰ ਇਹ ਕੋਈ ਐਸਾ ਮਸਲਾ ਨਹੀਂ ਗਾ, ਇਹ ਠੀਕ ਹੈਗਾ ਕੰਮ, ਤੇ ਫਿਰ ਲੋਕਾਂ ਨੇ ਇਤਰਾਜ਼ ਕਰਨੇ ਛੱਡੇ, ਫਿਰ ਬੇਸ਼ਤਰ ਐਕਟਰ ਆਏ ਔਰ ਪ੍ਰਮੋਟ ਹੋਏ। ਤੇ ਕੀ ਮਨੀਰ ਰਾਜ ਸਾਹਿਬ ਤੁਸੀਂ ਪੈਗਾਮ ਦਿਓਗੇ ਜਿਹੜੇ ਦੇਖਣ ਵਾਲੇ ਨੇ? ਤੁਸੀਂ ਰਾਈਟਰ ਹੋ, ਮੈਂ ਤੇ ਤੁਹਾਡੇ ਸ਼ਾਗਿਰਦਾਂ 'ਚੋਂ ਇੱਕ ਸ਼ਾਗਿਰਦ ਹਾਂ, ਤੇ ਜੂਨੀਅਰ 'ਚੋਂ ਇੱਕ ਜੂਨੀਅਰ ਹਾਂ। ਮਾਸ਼ਾਅੱਲਾ ਤੁਹਾਡਾ ਜਿੰਨਾ 50 ਸਾਲ ਦਾ ਤਜਰਬਾ ਹੈ, ਤੇ ਮੇਰੀ ਤੇ ਇੰਨੀ ਉਮਰ ਵੀ ਨਹੀਂ, ਲੇਕਿਨ ਇਹ ਵੇ ਕਿ ਤੁਸੀਂ ਮੇਰੇ ਲਫ਼ਜ਼ ਤੁਹਾਡੇ ਅੱਗੇ ਬੇਮੈਨੀ ਨੇ, ਤੁਹਾਡੇ ਸਾਹਮਣੇ ਸ਼ਾਇਦ ਕਿਸੇ ਦੇ ਦਿਲ 'ਤੇ ਅਸਰ ਕਰਨ, ਲੇਕਿਨ ਤੁਹਾਡੇ ਸਾਹਮਣੇ ਬੇਮੈਨੀ ਨੇ। ਸ਼ੁਕਰ ਹੈ ਅੱਲਾ ਦਾ ਕਿ ਮੈਂ ਇੰਟਰਵਿਊ ਦੇਣ ਤੋਂ ਘਬਰਾਨਾ, ਕਿਉਂਕਿ ਅਕਸਰ ਔਕਾਤ ਜਰਨਲਿਸਟ ਜਿਹੜੇ ਨਾ ਉਹਨਾਂ ਨੂੰ ਇੰਟਰਵਿਊ ਨਹੀਂ ਕਰਨਾ ਆਉਂਦਾ, ਔਰ ਉਹ ਅਜੀਬੋ ਗਰੀਬ ਸਵਾਲ ਪੁੱਛਦੇ ਜਿਨ੍ਹਾਂ ਦਾ ਉਸ ਅਦਬ ਨਾਲ ਕੋਈ ਤਾਲੁਕ ਨਹੀਂ ਹੁੰਦਾ। ਲੇਕਿਨ ਮੈਨੂੰ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਇਸ ਵਾਸਤੇ ਕਿ ਯੂ ਨੋ ਦਾ ਥਿੰਗਸ, ਰੈਲੇਵੈਂਸੀ ਜਿਹੜੀ ਹੁੰਦੀ ਨਾ ਬੰਦੇ ਦੀ, ਜਿਹਦੇ ਨਾਲ ਰੈਲੇਵੈਂਟ ਕਰਦਾ ਹੈ ਉਹਦੇ ਮੁਤਲਕਾ ਸਵਾਲਾਤ ਕਰਨੇ ਔਰ ਫਿਰ ਉਹਨਾਂ ਦਾ ਜਵਾਬਾਤ। ਇਸ ਵਾਸਤੇ ਮੈਨੂੰ ਅੱਛਾ ਲੱਗਾ ਕਿ ਮੈਂ ਕਿਹਾ ਚਲੋ ਯਾਰ, ਵਰਨਾ ਤੁਹਾਡੇ ਆਉਣ ਤੋਂ ਪਹਿਲੇ ਮੈਂ ਬੜਾ ਮਗਮੂਮ ਜਿਹਾ ਸਾਂ ਕਿ ਯਾਰ ਇਹ ਕਿਉਂ ਆਉਣ ਡਏ ਨੇ। ਮੈਂ ਫਿਰ ਕਿਤੇ ਹੋਰ ਜਾ ਕੇ ਇੰਟਰਵਿਊ, ਮੈਂ ਠੀਕ ਹੋ ਜਾਂ ਤਾਂ ਫਿਰ ਕਰ ਲੈਣ,
ਇਹ ਮੇਰਾ ਜ਼ਹਿਨ ਸੀ। ਲੇਕਿਨ ਬਹਰਹਾਲ ਤੁਹਾਨੂੰ ਮਿਲ ਕੇ ਸੁਣ ਕੇ ਖੁਸ਼ੀ ਹੋਈ ਕਿ ਚਲੋ ਟੂ ਦਾ ਪੁਆਇੰਟ ਗੱਲ ਕਰਨ ਵਾਲਾ ਬੰਦਾ ਜਿਹੜਾ ਨਾ ਉਹ ਠੀਕ ਹੁੰਦਾ, ਕਿਉਂਕਿ ਉਹਦੀ ਗੱਲ 'ਚ ਡੈਪਥ ਹੁੰਦੀ ਹੈ। ਉਹ ਜੋ ਕਹਿ ਰਿਹਾ ਹੁੰਦਾ ਉਹਨੂੰ ਇਲਮ ਹੁੰਦਾ ਕਿ ਮੈਂ ਕੀ ਕਹਿ ਰਿਹਾ ਇਸ ਬੰਦੇ ਨੂੰ, ਅਤੇ ਇਸ ਵਾਸਤੇ ਮੈਨੂੰ ਅੱਛਾ ਲੱਗਾ ਅਤੇ ਵੈਰੀ ਗੁੱਡ। ਜਜ਼ਾਕੱਲਾ। ਤੁਹਾਡੇ ਲਫ਼ਜ਼ ਜਿਹੜੇ ਨੇ ਮੇਰੇ ਵਾਸਤੇ ਕਿਸੇ ਅਵਾਰਡ ਤੋਂ ਘੱਟ ਨਹੀਂ। ਅਲਹਮਦੁਲਿਲਾ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਵੈਰੀ ਮੱਚ। ਅੱਛਾ ਜੀ, ਮੈਂ ਇੱਕ ਛੋਟਾ ਜਿਹਾ ਕਦਮ ਚੁੱਕਿਆ, ਉਹਦਾ ਨਾਮ ਰੱਖਿਆ ਜੀ ਖਿਦਮਤ-ਏ ਇਨਸਾਨੀਅਤ। ਅਲਹਮਦੁਲਿਲਾ ਉਹਦਾ ਸਿਲਸਿਲਾ ਸ਼ੁਰੂ ਹੋ ਗਿਆ। ਇਬਤਦਾ ਹੈ ਯਕੀਨਨ ਕੋ 2-3 ਹਫ਼ਤੇ ਪਹਿਲੇ ਸਾਡਾ NOC ਹੋਇਆ ਹੈ ਅਤੇ ਖਿਦਮਤ-ਏ ਇਨਸਾਨੀਅਤ ਦੀ ਤਰਫੋਂ ਇੱਕ ਹਕੀਰ ਜਿਹਾ 10,000 ਰੁਪਇਆ ਇਹ ਤੁਹਾਡੀ ਮੈਡੀਸਨ ਵਾਸਤੇ ਵੀ ਸਾਡੀ ਤਰਫੋਂ। ਔਰ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਮਜ਼ੀਦ ਜੋ ਮੁਮਕਿਨ ਚੋਂ ਮੁਮਕਿਨ ਕਰ ਸਕੇ ਇਨਸ਼ਾਅੱਲਾ। ਔਰ ਅਸੀਂ ਚਾਹਾਂਗੇ ਕਿ ਅੱਲਾਹ ਤਾਲਾ ਸਾਨੂੰ ਇਹ ਇਜਾਜ਼ਤ ਦੇਵੇ ਕਿ ਅਸੀਂ ਤੁਹਾਡੀ ਖਿਦਮਤ ਕਰ ਸਕੀਏ। ਖਿਦਮਤ-ਏ ਇਨਸਾਨੀਅਤ ਅਸੀਂ ਇਸ ਟਾਈਮ ਨਾ ਤਾਂ ਤੁਹਾਡੇ ਨਾਲ ਐਜ਼ ਏ ਡਾਇਰੈਕਟਰ ਨਾ ਐਜ਼ ਏ ਰਾਈਟਰ, ਸਭ ਤੋਂ ਪਹਿਲੀ ਜਿਹੜੀ ਗੱਲ ਇਹ ਹੈ ਕਿ ਤੁਸੀਂ ਇਨਸਾਨ ਹੋ, ਤੁਹਾਡਾ ਹੱਕ ਬਣਦਾ ਹੈ, ਤੁਸੀਂ ਹੱਕਦਾਰ ਹੋ। ਔਰ ਸਾਨੂੰ ਚਾਹੀਦਾ ਹੈ ਕਿ ਅਗਰ ਅਸੀਂ ਮਿਲ ਜੁਲ ਕੇ ਇੱਕ ਦੂਸਰੇ ਦਾ ਸਾਥ ਦਈਏ, ਅੱਲਾਹ ਦਾ ਵੀ ਇਹੀ ਹੁਕਮ ਹੈ। ਥੈਂਕ ਯੂ ਵੈਰੀ ਮੱਚ। ਇਹ ਤੁਹਾਡਾ ਦੇਣ ਦਾ ਅੰਦਾਜ਼ ਬਹੁਤ ਖੂਬਸੂਰਤ ਹੈ, ਔਰ ਇਸੇ ਤਰ੍ਹਾਂ ਹੀ ਜਿਹਦੀ ਵੀ ਤੁਸੀਂ ਮਤਲਬ ਹੈ ਕਿ ਸ਼ਨਾਖਤ ਕਰਨੀ ਹੈ ਨਾ, ਉਹਨੂੰ ਇਸੇ ਤਰ੍ਹਾਂ ਹੀ ਹੈ ਤਾਂ ਕਿ ਉਹਨੂੰ ਇਹ ਅਹਿਸਾਸ ਨਾ ਹੋਵੇ ਕਿ ਯਾਰ ਮੈਨੂੰ ਪਤਾ ਨਹੀਂ ਕਿਉਂ ਦੇਣ ਦਾ। ਇਸ ਵਾਸਤੇ ਇਹ ਤੁਸੀਂ ਬਹੁਤ ਅੱਛੀ ਲੈਂਗੁਏਜ ਯੂਜ਼ ਕੀਤੀ ਹੈ ਤਾਂ ਕਿ ਅਗਲੇ ਨੂੰ ਅਹਿਸਾਸ ਕਮਤਰੀ ਨਾ ਹੋਵੇ। ਜਜ਼ਾਕੱਲਾ। ਉਹ ਇਸ ਵਾਸਤੇ ਸ਼ੁਕਰੀਆ ਅਦਾ ਕਰਨਾ ਮੈਂ ਤੁਹਾਡਾ। ਨਾਜ਼ਰੀਨ, ਸਾਡੇ ਨਾਲ ਸਨ ਮਨੀਰ ਰਾਜ ਸਾਹਿਬ। ਅਸੀਂ ਇਹਨਾਂ ਦੇ ਮਸ਼ਕੂਰ ਤੇ ਮਮਨੂਨ ਹਾਂ ਕਿ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਔਰ ਇਹਨਾਂ ਦੀ ਜ਼ਿੰਦਗੀ ਦੀਆਂ ਚੰਦ ਹੀ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ ਨੇ। ਮੈਂ ਅਗਰ ਸਾਰੀ ਜ਼ਿੰਦਗੀ 'ਤੇ ਗੱਲ ਕਰਨ ਲੱਗੀ ਤਾਂ ਸ਼ਾਇਦ ਉਹਦੇ ਕਈ ਦਰਜਨ ਐਪੀਸੋਡ ਬਣਾਉਣੇ ਪੈਣਗੇ। ਸੋ ਇਹ ਵੇ ਕਿ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰਨਾ, ਲਾਈਕਸ ਕਰਨਾ, ਕਮੈਂਟਸ ਕਰਨਾ। ਇਹਨਾਂ ਦੀਆਂ ਕਿਤਾਬਾਂ ਮਾਰਕੀਟ 'ਚ ਅਵੇਲੇਬਲ ਨੇ, ਉਹ ਤੁਸੀਂ ਪੜ੍ਹਨਾ। ਔਰ ਰਾਤ ਕਾ ਸੂਰਜ ਬਹੁਤ ਜਲਦ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਔਰ ਤੰਦਰੁਸਤੀ ਦੇ ਔਰ ਇਹਨਾਂ ਦਾ ਸਾਇਆ ਸਾਡੇ ਸਿਰ 'ਤੇ ਕਾਇਮ ਰੱਖੇ। ਔਰ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ 'ਚ ਪਾਕਿਸਤਾਨ ਦੀ ਅਸ਼ਦ ਜ਼ਰੂਰਤ ਹੈ ਔਰ ਅਸੀਂ ਇਹਨਾਂ ਨੂੰ ਬਚਾ ਕੇ ਰੱਖਣਾ ਹੋਏਗਾ। ਅਤੇ ਨਾਜ਼ਰੀਨ, ਇਹਦੇ ਨਾਲ ਹੀ ਤੁਹਾਡਾ ਹੋਸਟ ਬਾਬਰ ਬੇਗ ਤੁਹਾਡੇ ਕੋਲੋਂ ਇਜਾਜ਼ਤ ਚਾਹੇਗਾ। ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਕਿਸੇ ਨਵੇਂ ਵੀਡੀਓ ਨਾਲ। ਉਦੋਂ ਤੱਕ ਇਜਾਜ਼ਤ ਦਿਓ। ਪਾਕਿਸਤਾਨ ਜ਼ਿੰਦਾਬਾਦ। ਜੇ ਤੁਹਾਨੂੰ ਸਾਡਾ ਚੈਨਲ ਤੇ ਸਾਡੀ ਵੀਡੀਓ ਪਸੰਦ ਆਈਏ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਨੂੰ बर वक्त ਮਿਲਦੀਆਂ ਰਹਿਣ।